सत श्री अकाल जी। मैं हाँ गुरविंदर कौर ते अज आपां फिर रूबरू होए हां कुछ खास टॉपिक विषय लैके जिन्हां बारे विचार चर्चा जिन्नी आपां कर लईए उन्नी घट है। दो लाइनां जिहड़ियां मैनूं याद आ रहीआं ने, ना अणपढ़ रहे ना काबल होए, खाम खां ही स्कूलां विच दाखल होए। ਇਹ ਲਾਈਨਾਂ ਬਹੁਤ ਸਮਾਂ ਪਹਿਲਾਂ ਜ਼ਿੰਦਗੀ ਦੇ ਤਜਰਬਿਆਂ ਦੇ ਲਈ ਲਿਖੀਆਂ ਹੋਈਆਂ ਸੀ, ਪਰ ਜਿਹੜੀ ਹੁਣ ਦੇ ਵਿਦਿਆਰਥੀ ਨੇ ਉਹਨਾਂ 'ਤੇ ਇਹ ਪੂਰੀ ਤਰ੍ਹਾਂ ਢੁੱਕਦੀ ਹੈ। ਜਿਹੜੀ ਕਰੋਨਾ ਮਹਾਮਾਰੀ ਦੇ ਆੜ ਦੇ ਵਿੱਚ ਸਾਡੇ ਬੱਚਿਆਂ ਨਾਲ ਜੋ ਕੁਝ ਹੋਇਆ, ਉਹ ਸਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ। ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਜੋ ਸਰਕਾਰਾਂ ਨੇ ਸਾਡੇ ਨਾਲ ਕੀਤਾ। ਜੇ ਅਸੀਂ ਜਿਹੜਾ ਹੁਣ ਮਾਹੌਲ ਦੇਖੀਏ ਜਿਹਦੇ ਵਿੱਚ ਵਿਚਾਰ ਚਰਚਾ ਚੱਲੀ ਆ ਲੋਕਾਂ ਦੇ ਵਿੱਚ, ਜ਼ਿਆਦਾਤਰ ਚਰਚਾ ਦਾ ਵਿਸ਼ਾ ਰਿਹਾ ਵੀ ਸਕੂਲ ਖੁੱਲ੍ਹਣੇ ਚਾਹੀਦੇ ਆ, ਪਰ ਉਹਦੇ ਵਿੱਚ ਕੁਛ ਜ਼ਿਆਦਾ ਪੇਰੈਂਟਸ ਉਹ ਨੇ, ਮਾਪੇ ਜਿਹੜੇ ਡਰ ਰਹੇ ਨੇ, ਡਰ ਦੇ ਮਾਰੇ ਕਹਿ ਰਹੇ ਨੇ ਵੀ ਬੱਚਿਆਂ ਨੂੰ ਸਕੂਲ ਨਾ ਭੇਜੋ ਜੀ, ਆਨਲਾਈਨ ਪੜ੍ਹਾਈ ਕਰਵਾ ਦਿਓ। ਪਰ ਜ਼ਿਆਦਾਤਰ ਜਿਹੜੇ ਮਾਂ-ਬਾਪ ਨੇ ਉਹ ਇਹ ਚਾਹੁੰਦੇ ਨੇ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾਣਾ ਚਾਹੀਦਾ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣ ਸਕਦਾ ਸਾਡੇ ਬੱਚਿਆਂ ਨੂੰ ਜਿਹੜੀ ਆਨਲਾਈਨ ਪੜ੍ਹਾਈ ਦੇ ਲਈ ਜ਼ਰੂਰੀ ਹੈ। ਬਹੁਤਿਆਂ ਕੋਲੇ ਮੋਬਾਈਲ ਨਹੀਂ ਹੈਗੇ, ਹੋਰ ਲੈਪਟਾਪ ਜਾਂ ਹੋਰ ਕੋਈ ਫੈਸਿਲਿਟੀ ਨਹੀਂ ਹੈਗੀਆਂ, ਇੰਟਰਨੈਟ ਨਹੀਂ ਹੈਗਾ। ਪੂਰੇ ਭਾਰਤ ਦੇ ਵਿੱਚ ਜੇ ਅਸੀਂ ਦੇਖੀਏ ਤਾਂ 24% ਲੋਕਾਂ ਕੋਲੇ ਪੂਰੀਆਂ ਸਹੂਲਤਾਂ ਨੇ ਇੰਟਰਨੈਟ ਦੀਆਂ। ਜਿਹੜਾ ਅਸੀਂ ਆਪਣੇ ਭਾਰਤ ਨੂੰ ਡਿਜੀਟਲ ਭਾਰਤ ਦੇ ਨਾਲ ਜਾਣਦੇ ਹਾਂ, ਸੋਚਦੇ ਹਾਂ ਵੀ ਡਿਜੀਟਲ ਭਾਰਤ ਬਣੇ, ਉਸ ਡਿਜੀਟਲ ਭਾਰਤ ਦੇ ਵਿੱਚ 24% ਲੋਕਾਂ ਕੋਲੇ ਹੀ ਇੰਟਰਨੈਟ ਦੀਆਂ ਸਹੂਲਤਾਂ ਨੇ। ਤਾਂ ਜਦੋਂ ਸਾਡੇ ਕੋਲੇ ਇੰਨੀਆਂ ਕਮੀਆਂ ਨੇ ਇੰਟਰਨੈਟ ਦੀਆਂ, ਤਾਂ ਅਸੀਂ ਆਨਲਾਈਨ ਪੜ੍ਹਾਈ ਕਿਵੇਂ ਕਰਾ ਸਕਦੇ ਹਾਂ? ਬਾਕੀ ਜਦੋਂ ਤੱਕ ਲੋਕਾਂ ਨੂੰ ਸਮਝ ਨਹੀਂ ਸੀ, ਪਤਾ ਨਹੀਂ ਸੀ, ਉਦੋਂ ਤੱਕ ਤਾਂ ਮੰਨਿਆ ਵੀ ਲੋਕ ਚਾਹੁੰਦੇ ਸੀ ਸਾਡੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਹੋਵੇ। ਪਰ ਜਦੋਂ ਹੁਣ ਸਾਨੂੰ ਹਰੇਕ ਗੱਲ ਦੀ ਸਮਝ ਆ ਚੁੱਕੀ ਹੈ, ਅਸੀਂ ਸਮਝ ਚੁੱਕੇ ਹਾਂ, ਸਰਕਾਰਾਂ ਦੀਆਂ ਚਾਲਾਂ ਨੂੰ ਪੜ੍ਹ ਚੁੱਕੇ ਹਾਂ, ਤਾਂ ਫਿਰ ਹੁਣ ਜੇ ਕੋਈ ਵਿਅਕਤੀ ਇਹ ਕਹਿੰਦਾ ਵੀ ਆਨਲਾਈਨ ਪੜ੍ਹਾਈ ਹੀ ਕਰਵਾਈ ਜਾਵੇ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਇੱਕ ਵਾਰੀ ਫੇਰ ਆਪਣੀ ਸਮਝ ਦੇ ਪਰਦੇ ਨੇ ਜਿਹੜੇ ਉਹਨਾਂ ਨੂੰ ਫਰੋਲ ਲੈਣਾ ਜ਼ਰੂਰੀ ਹੈ, ਕਿਉਂਕਿ ਸਰਕਾਰਾਂ ਦੀਆਂ ਚਾਲਾਂ ਨੂੰ ਅਸੀਂ ਹੁਣ ਬਿਲਕੁਲ ਸਮਝ ਚੁੱਕੇ ਹਾਂ ਵੀ ਸਰਕਾਰਾਂ ਚਾਹੁੰਦੀਆਂ ਹੀ ਇਹ ਨੇ ਵੀ ਇਹ ਲੋਕ ਨੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਉਹ ਅਣਪੜ੍ਹ ਰਹਿ ਜਾਣ। ਸਾਡੇ ਦੇਸ਼ 'ਤੇ ਤਾਂ ਪਹਿਲਾਂ ਹੀ 10% ਲੋਕ ਨੇ ਜਿਹੜੇ, ਸਿਰਫ 10% ਵੀ ਨਹੀਂ, ਸਿਰਫ 10 ਘਰਾਣੇ ਨੇ ਜਿਹੜੇ ਸਾਡੇ 'ਤੇ ਕਾਬਜ਼ ਹੋਏ ਨੇ। ਅਤੇ ਸਰਕਾਰਾਂ ਦਾ ਹੱਲ ਇਹ ਹੈ, ਮਕਸਦ ਇਹ ਹੈ ਵੀ ਉਹ ਲੋਕ ਸਿਰਫ ਉਹਨਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ। ਜੇ ਗਰੀਬਾਂ ਦੇ ਬੱਚੇ ਨੇ ਜਿਹੜੇ ਉਹ ਪੜ੍ਹ ਲਿਖ ਜਾਣਗੇ ਤਾਂ ਉਹ ਨੌਕਰੀਆਂ ਮੰਗਣਗੇ, ਸੜਕਾਂ 'ਤੇ ਆਉਣਗੇ, ਮੁਜ਼ਾਹਰੇ ਰੈਲੀਆਂ ਕਰਨਗੇ। ਅਤੇ ਜਿਹੜਾ ਸਰਕਾਰਾਂ ਨੂੰ ਮਨਜ਼ੂਰ ਨਹੀਂ, ਸਰਕਾਰਾਂ ਚਾਹੁੰਦੀਆਂ ਨੇ ਵੀ ਇਹ ਲੋਕ ਇਸੇ ਤਰ੍ਹਾਂ ਹੀ ਆਪਣੀ ਗਰੀਬੀ ਦੀ ਦਲਦਲ ਦੇ ਵਿੱਚ ਫਸੇ ਰਹਿਣ, ਅਤੇ ਜਿਹੜੀਆਂ ਅਸੀਂ ਜ਼ਮੀਨਾਂ ਖੋਹ ਕੇ ਆਉਣ ਵਾਲੇ ਸਮਿਆਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਨੇ, ਅਤੇ ਉੱਥੇ ਸਾਨੂੰ ਸਸਤੀ ਲੇਬਰ ਮਿਲਦੀ ਰਹੇ। ਇਹ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ, ਹਰੇਕ ਨੂੰ ਪਤਾ ਹੈ। ਜਦੋਂ ਆਪਾਂ ਨੋਰਮਲ ਲਾਈਫ ਦੇ ਵਿੱਚ ਬੈਠੇ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਲੋਕ, ਸਮਝਦੇ ਵੀ ਆ, ਕਹਿੰਦੇ ਵੀ ਹੈ ਵੀ ਸਰਕਾਰ ਇਸ ਤਰ੍ਹਾਂ ਗਲਤ ਕਰ ਰਹੀ ਹੈ, ਸਾਡੇ ਨਾਲ ਇਸ ਤਰ੍ਹਾਂ ਗਲਤ ਕਰ ਰਹੀ ਹੈ, ਪਰ ਜਦੋਂ ਮੁੱਦਾ ਉਠਾਉਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਅਸੀਂ ਹੱਥ ਪਿੱਛੇ ਖਿੱਚ ਜਾਂਦੇ ਹਾਂ। ਉੱਥੇ ਅਸੀਂ ਜਿਹੜੇ ਲੋਕ ਮੁੱਦਾ ਉਠਾਉਂਦੇ ਨੇ ਉਹਨਾਂ ਨੂੰ ਹੀ ਗਲਤ ਕਹਿਣ ਲੱਗ ਜਾਂਦੇ ਹਾਂ। ਪਰ ਕੀ ਅਸੀਂ ਹੁਣ ਤੱਕ ਥੱਕੇ ਨਹੀਂ ਇਹਨਾਂ ਗੱਲਾਂ ਦੇ ਵਿੱਚੋਂ ਆ ਕੇ, ਸਰਕਾਰਾਂ ਦੇ ਝਾਂਸਿਆਂ ਦੇ ਵਿੱਚੋਂ ਆ ਕੇ? ਅਸੀਂ ਪਹਿਲਾਂ ਸਾਰਾ ਕੁਛ ਦੇਖਿਆ ਵੀ ਲੋਕਾਂ ਦੀ ਤਾਕਤ ਕਿੰਨੀ ਹੈ ਜੇ ਲੋਕ ਉੱਠਦੇ ਨੇ। ਪਹਿਲਾਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਦੇਖੀਏ, ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਅਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਵੀ ਉਸ ਅੰਦੋਲਨ ਨੂੰ ਕਿੱਥੇ ਤੱਕ ਲੈ ਕੇ ਗਏ। ਇੰਨੀ ਕੁ ਸੋਚ ਸਮਝ ਤਾਂ ਬਣ ਹੀ ਗਈ ਹੈ ਲੋਕਾਂ ਦੀ ਵੀ ਅਸੀਂ ਆਪਣੇ ਵਿਸ਼ਿਆਂ ਬਾਰੇ ਬੋਲਣਾ ਸ਼ੁਰੂ ਕਰੀਏ, ਆਪਣੇ ਹੱਕਾਂ ਲਈ ਬੋਲੀਏ ਅਤੇ ਲੜਨਾ ਸਿੱਖੀਏ ਅਤੇ ਜਿੱਤ ਵੱਲ ਨੂੰ ਵਧੀਏ। ਅਤੇ ਜੇ ਹੁਣ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਰਕਾਰ ਨੇ ਜਿਹੜੇ ਸਰਕਾਰੀ ਅਦਾਰੇ ਨੇ ਸਾਰੇ ਵੇਚਣੇ ਸ਼ੁਰੂ ਕੀਤੇ ਹੋਏ ਨੇ।
ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਉਹਦੇ ਨਾਲ ਜਿਹੜੇ ਆਪਣੇ ਸਰਕਾਰੀ ਖਜ਼ਾਨੇ ਨੇ ਭਰੇ ਜਾ ਰਹੇ ਨੇ, ਤਾਂ ਕਿ ਉਹਨਾਂ ਦੇ ਵਿਧਾਇਕਾਂ ਨੂੰ, ਉਹਨਾਂ ਦੇ ਮੰਤਰੀਆਂ ਨੂੰ 8-8 10-10 ਪੈਨਸ਼ਨਾਂ ਤਨਖਾਹਾਂ ਦੇ ਕੇ ਜਿਹੜੇ 70-75 ਸਾਲਾਂ ਤੋਂ ਹਜੇ ਵੀ ਭੁੱਖਮਰੀ ਦੇ ਵਿੱਚ ਨੇ, ਉਹਨਾਂ ਦੇ ਭੁੱਖੇ ਢਿੱਡ ਭਰੇ ਜਾਣ। ਕਿਉਂਕਿ ਆਮ ਜਨਤਾ ਕੋਲੇ ਤਾਂ ਪੈਸਾ ਬਹੁਤ ਹੈ, ਇਹਨਾਂ ਮੰਤਰੀਆਂ ਸੰਤਰੀਆਂ ਕੋਲੇ ਨਹੀਂ ਹੈਗਾ, ਉਹਨਾਂ ਦੇ ਢਿੱਡ ਭਰੇ ਜਾ ਰਹੇ ਨੇ। ਫਿਰ ਹੁਣ ਅਸੀਂ ਕਦੋਂ ਜਾਗਾਂਗੇ? ਜਾਗਣਾ ਤਾਂ ਸਾਨੂੰ ਚਾਹੀਦਾ। ਕਿ ਅਸੀਂ ਇੰਨੇ ਜੋਗੇ ਰਹਿ ਜਾਾਂਗੇ ਵੀ ਇਹ ਕਾਰਪੋਰੇਟ ਘਰਾਣੇ ਨੇ ਇੱਕ ਸਾਡੇ 'ਤੇ ਕਾਬਜ਼ ਹੋ ਜਾਣ ਤੇ ਅਸੀਂ ਸਿਰਫ ਲੇਬਰ ਜੋਗੇ ਰਹਿ ਜਾਈਏ? ਅਸੀਂ ਆਪਣੀ ਗਰੀਬੀ ਦੀ ਦਲਦਲ ਤੋਂ ਉੱਪਰ ਆਉਣ ਦੇ ਲਈ ਨਾ ਸੋਚੀਏ? ਜਾਂ ਇੱਕੋ ਹੀ ਹੱਲ ਹੈ, ਹਰੇਕ ਇਨਸਾਨ ਕੋਲੇ ਲੱਗਦਾ ਗਾ ਵੀ ਇੱਥੋਂ ਅਸੀਂ ਪੜ੍ਹਾ ਲਓ, +2 ਕਰਾ ਲਓ, ਆਈਲੈਟਸ ਕਰਾ ਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ। ਪਰ ਕੀ ਆਈਲੈਟਸ ਕਰਾ ਕੇ ਬੱਚਿਆਂ ਨੂੰ ਬਾਹਰ ਭੇਜਣਾ ਸਾਡੇ ਲਈ ਸੁਰੱਖਿਅਤ ਹੈ? ਉਹਦੇ ਹਾਲਾਤ ਅਸੀਂ ਪਿਛਲੀਆਂ ਖਬਰਾਂ ਦੇ ਵਿੱਚ ਦੇਖ ਚੁੱਕੇ ਹਾਂ। ਅਸੀਂ ਕਿੰਨਾ ਕੁ ਖਾਮਿਆਜ਼ਾ ਭੁਗਤ ਚੁੱਕੇ ਹਾਂ। ਮੌਂਟਰੀਅਲ ਦੇ ਵਿੱਚ 5 ਕਾਲਜਾਂ ਨੇ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਤਾ। ਜਿਹੜੇ ਉੱਥੋਂ ਦੇ ਬੱਚੇ ਪੜ੍ਹਨ ਵਾਲੇ ਸੀ, ਲੱਖਾਂ ਦੀਆਂ ਫੀਸਾਂ ਭਰੀਆਂ ਸੀ, ਉਹਨਾਂ ਨਾਲ ਕੀ ਬਣਨਾ ਹਲੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਆਖਰ ਅਸੀਂ ਕਿੱਥੇ ਕਿੱਥੇ ਤੱਕ, ਜਾਂ ਸਾਡੀ ਸਿੱਖ ਕਮਿਊਨਿਟੀ ਆ ਜਾਂ ਕੋਈ ਹੋਰ ਨਵੀਆਂ ਸੰਸਥਾਵਾਂ ਨੇ ਜਿਹੜੀਆਂ, ਉਹ ਸਾਡੀ ਕਿੱਥੇ ਤੱਕ ਮਦਦ ਕਰਦੀਆਂ ਰਹਿਣਗੀਆਂ? ਕਿ ਅਸੀਂ ਆਪਣੀ ਮਦਦ ਆਪ ਨਹੀਂ ਕਰਨਾ ਸਿੱਖਦੇ? ਸੋ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਹਰ ਰੋਜ਼ ਸਾਡੇ ਟੌਪਿਕ ਚੱਲਦੇ ਆ, ਅਸੀਂ ਹਰ ਰੋਜ਼ ਦੇਖਦੇ ਹਾਂ ਸਾਡੇ ਆਲੇ ਦੁਆਲੇ ਕੀ ਕੁਛ ਹੁੰਦਾ ਹੈ। ਹੁਣ ਤਾਂ ਸਾਡੇ ਕੋਲ ਇੱਕ ਇਹ ਰਹਿ ਗਿਆ ਵੀ ਜਾਂ ਤਾਂ ਅਸੀਂ ਡਰ ਕੇ ਅੰਦਰ ਬੈਠ ਜਾਈਏ ਜਾਂ ਲੜ ਲਈਏ। ਕਿਉਂਕਿ ਸਰਕਾਰਾਂ ਨੂੰ ਇੰਨਾ ਕੁ ਤਾਂ ਸਮਝ ਆ ਗਿਆ ਵੀ ਲੋਕ ਪੁਲਿਸ ਜਾਂ ਫੌਜ ਦੇ ਦਬਕੇ ਦੇ ਵਿੱਚ ਨਹੀਂ ਆਉਣ ਵਾਲੇ। ਲੋਕ ਵਿਰੋਧ ਕਰਨਗੇ। ਪੁਲਿਸ ਤੋਂ ਤਾਂ ਪਹਿਲਾਂ ਹੀ ਡਰ ਚੱਕਿਆ ਹੋਇਆ ਲੋਕਾਂ ਦਾ, ਬਹੁਤ ਜ਼ਿਆਦਾ, ਬਹੁਤ ਘੱਟ ਡਰਦੇ ਨੇ, ਫੌਜ ਤੋਂ ਵੀ ਨਹੀਂ ਡਰਦੇ। ਪਰ ਲੋਕ ਬਿਮਾਰ ਹੋਣ ਤੋਂ ਡਰਦੇ ਹੈ ਤੇ ਇਹ ਡਰ ਸਰਕਾਰਾਂ ਨੂੰ ਸਮਝ ਆ ਗਿਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਪਾ ਦਿਓ ਵੀ ਤੁਸੀਂ ਬਿਮਾਰ ਹੋ ਸਕਦੇ ਹੋ, ਤੁਹਾਡੇ ਬੱਚੇ ਬਿਮਾਰ ਹੋ ਸਕਦੇ ਨੇ, ਤੇ ਫਿਰ ਅਸੀਂ ਬੈਠੇ ਰਹਾਂਗੇ ਅੰਦਰ ਡਰਦੇ ਮਾਰੇ। ਪਰ ਸਵਾਲ ਪੈਦਾ ਇਹ ਹੁੰਦਾ ਵੀ ਅਸੀਂ ਕਦੋਂ ਤੱਕ ਬੈਠਾਂਗੇ? ਕਦੋਂ ਤੱਕ ਸਰਕਾਰਾਂ ਸਾਨੂੰ ਡਰਾਉਣਗੀਆਂ? ਇੱਕ ਗੱਲ ਹੈ, ਸਰਕਾਰਾਂ ਸਾਨੂੰ ਜਦੋਂ ਤੱਕ ਅਸੀਂ ਡਰਦੇ ਰਹਾਂਗੇ ਉਦੋਂ ਤੱਕ ਇਸੇ ਤਰ੍ਹਾਂ ਡਰਾਉਂਦੀਆਂ ਰਹਿਣਗੀਆਂ। ਸੋਚਣਾ ਅਸੀਂ ਆ, ਅਸੀਂ ਕਦੋਂ ਤੱਕ ਡਰਨਾ? ਅਸੀਂ ਹੁਣ ਬਹੁਤੇ ਲੋਕ ਗੱਲਾਂ ਕਰਦੇ ਆ ਵੀ ਇਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸੀ। ਪਰ ਜਿਹੜਾ ਸਮਾਂ ਹੁਣ ਬਣਦਾ ਜਾਂਦਾ ਨਾ, ਇਹ ਸੁਪਨਾ ਵੀ ਸਾਡਾ ਛੇਤੀ ਪੂਰਾ ਹੋਣ ਵਾਲਾ ਹੈ। ਜਿਸ ਤਰ੍ਹਾਂ ਸਾਡੇ ਦੇਸ਼ ਨੂੰ ਵੇਚਿਆ ਜਾ ਰਿਹਾ, ਸਾਮਰਾਜੀ ਮੁਲਕਾਂ ਦੇ ਹਵਾਲੇ ਸਾਡੇ ਦੇਸ਼ ਨੂੰ ਕੀਤਾ ਜਾ ਰਿਹਾ, ਉਸ ਹਿਸਾਬ ਨਾਲ ਬਹੁਤਾ ਟਾਈਮ ਨਹੀਂ, ਉਹ ਸਮਾਂ ਵੀ ਆ ਜਾਣਾ ਜਿਵੇਂ ਈਸਟ ਇੰਡੀਆ ਕੰਪਨੀ ਨੇ ਸਾਡੇ ਤੇ ਰਾਜ ਕੀਤਾ, ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ। ਇਸ ਤਰ੍ਹਾਂ ਸਾਮਰਾਜੀ ਮੁਲਕ ਸਾਡੇ ਤੇ ਰਾਜ ਕਰਨਗੇ ਜੇ ਅਸੀਂ ਨਾ ਜਾਗੇ ਤਾਂ। ਜੇ ਅਸੀਂ ਜਾਗਦੇ ਹਾਂ ਤਾਂ ਕਿਸੇ ਦੇ ਮਾਈ ਦੇ ਲਾਲ ਵਿੱਚ ਹਿੰਮਤ ਨਹੀਂ ਸਾਡੇ ਤੇ ਕੋਈ ਕਾਬਜ਼ ਹੋਵੇ। ਪਰ ਜਾਗਰੂਕ ਅਸੀਂ ਤਾਂ ਰਹਿ ਸਕਦੇ ਹਾਂ ਜੇ ਸਾਡੇ ਬੱਚਿਆਂ ਦਾ ਭਵਿੱਖ ਬਚਿਆ ਰਹਿੰਦਾ। ਸਾਡੇ ਬੱਚੇ ਪੜ੍ਹ ਲਿਖ ਸਕਦੇ ਨੇ, ਅਸੀਂ ਆਪ ਖੁਦ ਜਾਗਰੂਕ ਹੋਵਾਂਗੇ, ਅਸੀਂ ਆਪ ਸਿੱਖਿਅਤ ਹੋਵਾਂਗੇ। ਇਹ ਸਿੱਖਿਆ ਸਾਨੂੰ ਕਿੱਥੋਂ ਮਿਲਣੀ ਆ? ਇਹ ਸਿੱਖਿਆ ਸਾਨੂੰ ਸਕੂਲਾਂ 'ਚੋਂ ਮਿਲਣੀ ਸੀ, ਸਾਡੇ ਅਧਿਆਪਕਾਂ ਤੋਂ ਮਿਲਣੀ ਸੀ, ਸਾਨੂੰ ਕਿਤਾਬਾਂ 'ਚੋਂ ਮਿਲਣੀ ਸੀ। ਕਰੋਨਾ ਦੀ ਆੜ ਦੇ ਵਿੱਚ 40% ਜਿਹੜਾ ਸਿਲੇਬਸ ਹੈ ਉਹ ਕੱਟਿਆ ਜਾ ਚੁੱਕਿਆ ਸਾਡੇ ਕਿਤਾਬਾਂ ਦੇ ਵਿੱਚੋਂ। ਇਹ ਸਿਰਫ ਇਹ ਗੱਲ ਕਹਿ ਕੇ ਵੀ ਜਿਹੜਾ ਸਿਲੇਬਸ ਕੱਟਿਆ ਹੋਇਆ, ਉਹ ਸਿਲੇਬਸ ਘਟਾਇਆ ਗਿਆ ਕਿਉਂਕਿ ਬੱਚਿਆਂ ਦੇ ਕੋਲੇ ਇੰਨਾ ਸਮਾਂ ਨਹੀਂ ਸੀ ਵੀ ਉਹ ਸਾਰੀਆਂ ਕਿਤਾਬਾਂ ਦੀ ਰਿਵੀਜ਼ਨ ਕਰ ਸਕਦੇ, ਇਸ ਕਰਕੇ ਸਿਲੇਬਸ ਘਟਾਇਆ। ਪਰ ਕੀ ਕਦੇ ਤੁਸੀਂ ਧਿਆਨ ਨਾਲ ਉਹਨਾਂ ਕਿਤਾਬਾਂ ਨੂੰ ਪੜ੍ਹਿਆ? ਜਿਹੜੇ ਸਿਲੇਬਸ ਕੱਟਿਆ ਗਿਆ ਉਹ ਕਿਸ ਤਰ੍ਹਾਂ ਦਾ ਸਿਲੇਬਸ ਸੀ? ਮੈਂ ਬਾਹਲਾ ਲੰਮਾ ਨਹੀਂ ਦੱਸ ਸਕਦੀ ਕਿਉਂਕਿ ਸਮਾਂ ਜ਼ਿਆਦਾ ਲੱਗ ਜਾਂਦਾ, ਪਰ ਤੁਸੀਂ ਆਪ ਪੜਤਾਲਾਂ ਕਰਿਓ ਉਹਨਾਂ ਗੱਲਾਂ ਦੀਆਂ। ਸਾਡੀ ਜੇ ਰਾਜਨੀਤੀ ਸ਼ਾਸਤਰ ਦੇ ਵਿੱਚ ਕਿਤੇ ਤਾਨਾਸ਼ਾਹ ਸਰਕਾਰ ਕਿਹੋ ਜਿਹੀ ਹੁੰਦੀ ਹੈ
ਤੇ ਲੋਕਾਂ ਨੂੰ ਉਹਦੇ ਖਿਲਾਫ ਕੀ ਕਰਨਾ ਚਾਹੀਦਾ। ਜੇ ਇਹ ਪ੍ਰਸ਼ਨ ਵੀ ਸੀ ਕਿਸੇ ਉਹਦੇ ਪਾਠ ਦੇ ਵਿੱਚ ਤਾਂ ਉਹ ਪ੍ਰਸ਼ਨ ਵੀ ਵਿੱਚੋਂ ਕੱਢਿਆ ਗਿਆ। ਕਿਉਂ ਕੱਢਿਆ ਗਿਆ ਇਹਦਾ ਕਾਰਨ ਕਦੇ ਕਿਸੇ ਨੇ ਸੋਚਿਆ? ਇਹਦਾ ਕਾਰਨ ਇਹ ਹੈ ਵੀ ਲੋਕਾਂ ਨੂੰ ਤਾਨਾਸ਼ਾਹ ਸਰਕਾਰ ਬਾਰੇ ਪਤਾ ਹੀ ਨਾ ਲੱਗ ਸਕੇ। ਸਾਡੀ ਆਉਣ ਵਾਲੀ ਪੀੜ੍ਹੀ ਦੇ ਕੋਲੇ ਸ਼ਬਦ ਹੀ ਨਾ ਹੋਵੇ ਕਿ ਤਾਨਾਸ਼ਾਹ ਸਰਕਾਰ ਕਿਹੋ ਜਿਹੀ ਹੁੰਦੀ ਹੈ ਤੇ ਉਹਨਾਂ ਨੇ ਉਹਨਾਂ ਦੇ ਖਿਲਾਫ ਕਿਵੇਂ ਉੱਠ ਖੜੇ ਹੋਣਾ ਹੈ। ਸਾਡੇ ਬਹੁਤ ਵਿਸ਼ੇ ਬਣਦੇ ਆ ਇਹੋ ਜਿਹੇ ਜਿਹੜੇ ਅਸੀਂ ਸੋਚਣ ਤੇ ਵਿਚਾਰਨ ਦੇ ਨੇ। ਸਾਡੇ ਲਈ ਸਮਾਂ ਚੱਲਦਾ ਵੋਟਾਂ ਦਾ, ਬਹੁਤ ਆਉਂਦੇ ਇਹੋ ਜਿਹੇ ਸਾਨੂੰ ਭਰਮਾਉਣ ਵਾਲੇ, ਪਰ ਅਸੀਂ ਦੇਖਣਾ ਵੀ ਅਸੀਂ ਇਹਨਾਂ ਦੇ ਪਿੱਛੇ ਚੱਲਣਾ ਜਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਬਾਰੇ ਸੋਚਣਾ। ਉਹ ਅਸੀਂ ਕਿਵੇਂ ਸੋਚਣਾ? ਉਹ ਤਾਂ ਇਹੀ ਹੈ ਵੀ ਜੇ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਵਿਚਾਰ ਕਰਦੇ ਰਹਾਂਗੇ ਤਾਂ ਜੇ ਅਸੀਂ ਵਿਚਾਰਾਂ ਹੀ ਨਹੀਂ ਕਰਾਂਗੇ, ਸਮਝਾਂਗੇ ਹੀ ਨਹੀਂ ਕੋਈ ਕਿਉਂ ਸਾਡੇ ਲਈ ਲੜਨਾ ਚਾਹੁੰਦਾ ਹੈ। ਬਹੁਤਾ ਸਾਡੇ ਤਾਂ ਹਾਲਾਤ ਇਹ ਬਣੇ ਪਏ ਨੇ ਵੀ ਜੇ ਇੱਕ ਇਨਸਾਨ ਕਹਿੰਦਾ ਵੀ ਆਹ ਕੰਮ ਆਪਾਂ ਕਰੀਏ ਇਕੱਠੇ ਹੋਵੋ ਤਾਂ ਅਸੀਂ 50 ਜਾਣੇ ਪਿੱਛੇ ਇਹ ਗੱਲ ਕਰਨ ਲਈ ਖੜੇ ਹੁੰਦੇ ਹਾਂ। ਇਹਦੇ ਵਿੱਚ ਕੋਈ ਫਾਇਦਾ ਤਾਂ ਨਹੀਂ। ਪਰ ਜਦੋਂ ਅਸੀਂ ਰਾਜਨੀਤਿਕ ਲੋਕਾਂ ਦੇ ਪਿੱਛੇ ਚੱਲਦੇ ਹਾਂ ਉਦੋਂ ਤਾਂ ਅਸੀਂ ਕਦੇ ਸੋਚਿਆ ਨਹੀਂ ਵੀ ਇਹ ਰਾਜਨੀਤਿਕ ਲੋਕਾਂ ਦਾ ਫਾਇਦਾ ਤਾਂ ਨਹੀਂ। ਉਦੋਂ ਸਾਨੂੰ ਸ਼ਰੇਆਮ ਪਤਾ ਹੁੰਦਾ ਹੈ ਵੀ ਇਹ ਵੋਟਾਂ ਵੀ ਰਾਜਨੀਤਿਕ ਲੋਕਾਂ ਨੇ ਲੈਣੀਆਂ ਨੇ, ਜਿੱਤਣਾ ਵੀ ਉਹਨਾਂ ਨੇ ਆ, ਪੈਨਸ਼ਨਾਂ ਤਨਖਾਹਾਂ ਵੀ ਉਹਨਾਂ ਨੇ ਲੈਣੀਆਂ ਨੇ, ਪਰ ਝੰਡੇ ਅਸੀਂ ਪਹਿਲਾਂ ਚੱਕ ਲੈਂਦੇ ਹਾਂ। ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ ਨਹੀਂ ਜਾਣਾ ਚਾਹੁੰਦੀ ਤੇ ਨਾ ਮੈਂ ਜਾਣਾ, ਪਰ ਮਤਲਬ ਮੇਰਾ ਇਹੀ ਆ ਸਿਰਫ ਇੱਥੇ ਵੀ ਗੱਲ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਦੀ ਕਰੀਏ। ਬਹੁਤ ਸਾਲ ਲੰਘਾ ਲਏ ਸੀ ਇਹਨਾਂ ਦੇ, ਫਿਰ ਅਸੀਂ ਕਿੰਨਾ ਸਮਾਂ ਅਸੀਂ ਕਰੋਨਾ ਤੋਂ ਡਰਦੇ ਘਰੇ ਬੈਠਾਂਗੇ। ਸਾਡਾ ਜਿਹੜਾ ਭਾਰਤ ਦੀ ਅਣਪੜ੍ਹਤਾ ਆਬਾਦੀ ਹੈ 52.11% ਲੋਕ ਨੇ ਜਿਹੜੇ ਸਾਡੇ ਭਾਰਤ ਦੇ ਵਿੱਚ ਅਨਪੜ੍ਹ ਨੇ, ਹਲੇ ਵੀ ਉਹਨਾਂ ਤੱਕ ਸਿੱਖਿਆ ਨਹੀਂ ਪਹੁੰਚੀ। 6% ਲੋਕ ਉਹ ਨੇ ਬੱਚੇ ਸਾਡੇ ਜਿਹੜੇ ਕਦੇ ਸਕੂਲ ਵੀ ਨਹੀਂ ਗਏ। 8% ਸਾਡੇ ਲੋਕ ਬੱਚੇ ਉਹ ਨੇ ਜਿਹੜੇ 10ਵੀਂ ਤੱਕ ਜਾਂਦੇ ਜਾਂਦੇ ਹਟ ਜਾਂਦੇ ਨੇ। ਉਹਨਾਂ ਦੀਆਂ ਘਰਾਂ ਦੀਆਂ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ। ਮੇਰਾ ਕਹਿਣ ਦਾ ਭਾਵ ਹੈ ਵੀ ਅੱਧੀ ਤੋਂ ਵੱਧ ਜਨਸੰਖਿਆ ਜਿਹੜੀ ਸਾਡੀ ਪਹਿਲਾਂ ਹੀ ਅਨਪੜ੍ਹਤਾ ਦੇ ਵਿੱਚ ਧਸੀ ਹੋਈ ਹੈ, ਅਨਪੜ੍ਹ ਰਹੀ ਹੋਈ ਆ। ਜੇ ਹੁਣ ਆਹ ਹਾਲਾਤ ਸਾਡੇ ਚੱਲਦੇ ਰਹੇ ਤਾਂ ਸਾਡੀ ਇੱਕ ਪੀੜ੍ਹੀ ਹੋਰ ਅਨਪੜ੍ਹ ਤਿਆਰ ਹੋ ਜੂਗੀ। ਫਿਰ ਇੰਨੀ ਅਨਪੜ੍ਹਤਾ ਦੇ ਚੱਲਦੇ ਹੋਏ ਅਸੀਂ ਕਿਹੜੇ ਦੇਸ਼ ਦੇ ਵਿਕਾਸ ਦੀ ਗੱਲ ਕਰ ਸਕਦੇ ਹਾਂ? ਅਸੀਂ ਕਿਵੇਂ ਸੋਚ ਸਕਦੇ ਹਾਂ ਸਾਡਾ ਦੇਸ਼ ਤਰੱਕੀ ਕਰੂਗਾ? ਸਾਡੇ ਦੇਸ਼ ਨੇ ਤਰੱਕੀ ਨਹੀਂ ਕਰਨੀ, ਪਰ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਜ਼ਰੂਰ ਕਰ ਜਾਣੀ ਆ। ਆਨਲਾਈਨ ਸਟੱਡੀ ਦਾ ਰੌਲਾ ਪਈ ਜਾਂਦਾ ਹਰ ਰੋਜ਼, ਪਰ ਕੀ ਕਦੇ ਸੋਚਿਆ ਵੀ ਆਨਲਾਈਨ ਪੜ੍ਹਾਈ ਬਾਰੇ ਰੌਲਾ ਕੌਣ ਪਾ ਰਿਹਾ? ਸਿਰਫ ਉਹ ਚੰਦ ਕੁ ਲੋਕ ਨੇ ਜਿਹੜੇ ਆਨਲਾਈਨ ਪੜ੍ਹਾਈ ਬਾਰੇ ਰੌਲਾ ਪਾ ਰਹੇ ਨੇ, ਜਿਨ੍ਹਾਂ ਦਾ ਕੰਮ ਹੀ ਆਨਲਾਈਨ ਹੈ, ਜਿਨ੍ਹਾਂ ਨੇ ਕੋਰਸ ਆਨਲਾਈਨ ਕੀਤੇ ਹੋਏ ਨੇ। ਆਪਾਂ ਕਿਸੇ ਦਾ ਸਪੈਸ਼ਲ ਨਾਂ ਨਹੀਂ ਲੈਂਦੇ, ਤੁਹਾਨੂੰ ਆਪ ਹੀ ਪਤਾ ਹੈ। ਬਹੁਤੇ ਕੋਰਸ ਜੋ ਚੱਲ ਪਏ ਜਿਹੜੇ ਹੁਣ ਆਨਲਾਈਨ ਚੱਲਦੇ ਆ, ਆਨਲਾਈਨ ਪੜ੍ਹਾਈ ਹੁੰਦੀ ਆ, ਆਨਲਾਈਨ ਪੇਪਰ ਹੁੰਦੇ ਆ, ਤੇ ਜਦੋਂ ਮਾੜੀ ਜੀ ਵੀ ਕਿਤੇ ਗੱਲ ਚੱਲਦੀ ਆ ਸਕੂਲਾਂ ਨੂੰ ਖੋਲ੍ਹਣ ਦੀ ਤਾਂ ਇਹ ਹਾਲ ਦਾ ਹੀ ਪਾ ਦਿੰਦੇ ਆ। ਬੱਚਿਆਂ ਦੇ ਲਈ ਖਤਰਾ ਹੈ ਜੀ, ਬੱਚਿਆਂ ਨੂੰ ਐਂ ਹੋ ਸਕਦਾ ਜੀ, ਪੇਪਰ ਨੇ ਜਿਹੜੇ ਆਨਲਾਈਨ ਹੋਣੇ ਚਾਹੀਦੇ ਨੇ। ਪਰ ਕੀ ਕਦੇ ਸੋਚਿਆ ਸਾਡੇ ਬੱਚਿਆਂ ਦੇ ਆਨਲਾਈਨ ਪੇਪਰ ਹੋਣ ਨਾਲ ਸਾਨੂੰ ਫਾਇਦਾ ਹੁੰਦਾ ਜਾਂ ਨੁਕਸਾਨ? ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਸਿਰਫ ਉਹਨਾਂ ਦੇ ਫਾਇਦੇ ਦੀ ਗੱਲ ਕਰਦੇ ਹਾਂ। ਜਿਨ੍ਹਾਂ ਨੇ ਕੋਰਸ ਜਾਂ ਪੜ੍ਹਾਈ ਹੈ ਜਿਹੜੀ ਆਨਲਾਈਨ ਸ਼ੁਰੂ ਕਰੀ ਹੋਈ ਹੈ, ਨਾ ਉਹਨਾਂ ਦਾ ਕੋਈ ਖਰਚਾ ਉਹਨਾਂ ਨੂੰ ਪਤਾ, ਉਹਨਾਂ ਨੇ 5-4 ਟੀਚਰ ਹਾਇਰ ਕੀਤੇ ਹੋਏ ਨੇ, ਉਹ ਉੱਧਰੋਂ ਬੋਲੀ ਜਾਂਦੇ ਨੇ, ਪੜ੍ਹਾਈ ਜਾਂਦੇ ਨੇ, ਉਹੀ ਵੀਡੀਓ ਅਸੀਂ ਬਾਰ-ਬਾਰ ਸੁਣੀ ਜਾਂਦੇ ਹਾਂ। ਪਰ ਕੀ ਕਦੇ ਸੋਚਿਆ ਵੀ ਸਾਡੇ ਬੱਚੇ ਇਹਨਾਂ ਗੱਲਾਂ ਦੇ ਵਿੱਚ ਕਿੰਨਾ ਕਨਫਿਊਜ਼ ਹੋ ਰਹੇ ਨੇ? ਟੀਚਰ ਪੜ੍ਹਾ ਰਹੇ ਨੇ, ਕਦੇ ਕਿਸੇ ਦੀ ਵੀਡੀਓ ਚੱਕ ਕੇ ਉਹਨਾਂ ਨੂੰ ਸੈਂਡ ਕਰ ਦਿੰਦੇ ਨੇ, ਕਦੇ ਕਿਸੇ ਦੀ ਕਰ ਦਿੰਦੇ ਨੇ, ਕਿਉਂਕਿ ਟੀਚਰਾਂ ਨੇ ਵਿਚਾਰਿਆਂ ਨੇ ਆਪਦਾ ਟਾਈਮ ਪਾਸ ਕਰਨਾ। ਪਰ ਕਿਸੇ ਦਾ ਪੜ੍ਹਾਉਣ ਦਾ ਤਰੀਕਾ ਕੋਈ ਆ, ਕਿਸੇ ਦਾ ਤਰੀਕਾ ਕੋਈ ਆ। ਫਿਰ ਸਾਡੇ ਬੱਚੇ ਉਹਨਾਂ ਗੱਲਾਂ ਦੇ ਵਿੱਚ ਉਲਝ ਰਹੇ ਨੇ ਵੀ ਅਸੀਂ ਕੀ ਕਰੀਏ। ਆਨਲਾਈਨ ਪੜ੍ਹਾਈ ਕੋਈ ਵੱਡਾ ਹੱਲ ਨਹੀਂ ਸਾਡੇ ਬੱਚਿਆਂ ਦੇ ਲਈ।
ਆਨਲਾਈਨ ਪੜ੍ਹਾਈ ਦੇ ਵਿੱਚ ਸਿਰਫ ਇਹੀ ਹੈ ਵੀ ਸਾਡੇ ਬੱਚੇ ਘਰੇ ਬੈਠੇ ਨੇ, ਨੈਟ ਨਾਲ ਜੁੜੇ ਹੋਏ ਨੇ। ਅਸੀਂ ਡਿਜੀਟਲ ਇੰਡੀਆ ਬਣਾ ਲਿਆ ਆਪਣੇ ਦੇਸ਼ ਨੂੰ, ਕਿਉਂਕਿ ਭਾਰਤ ਸਾਡਾ ਕਿਤੇ ਦੂਰ ਹੀ ਰਹਿ ਗਿਆ, ਅਸੀਂ ਸਿਰਫ ਇੰਡੀਆ ਜੋਗੇ ਰਹਿ ਗਏ ਹਾਂ। ਉਸ ਇੰਡੀਆ ਦੇ ਲਈ ਜਿਹੜਾ ਅੰਗਰੇਜ਼ਾਂ ਦਾ ਸੁਪਨਾ ਸੀ, ਪਰ ਸਾਡੇ ਸ਼ਹੀਦਾਂ ਦਾ ਸੁਪਨਾ ਨਹੀਂ ਸੀ। ਸਾਡੇ ਸ਼ਹੀਦਾਂ ਦਾ ਸੀ ਭਾਰਤ ਨੂੰ ਖੁਸ਼ਹਾਲ ਬਣਾਉਣਾ, ਕਿ ਅੱਜ ਸਾਡਾ ਭਾਰਤ ਖੁਸ਼ਹਾਲ ਰਹਿ ਗਿਆ। ਇਹ ਇਸੇ ਤਰ੍ਹਾਂ ਗੱਲਾਂ ਜਿਹੜੀਆਂ ਆਪਾਂ ਚਲਾਈਏ, ਕਿੰਨੀਆਂ ਕੁ ਚਲਾਉਂਦੇ ਰਹਾਂਗੇ। ਪਰ ਗੱਲ ਮੇਰਾ ਵਿਚਾਰ ਇਹ ਹੈ ਵੀ ਇਹ ਗੱਲਾਂ ਸਾਡੀਆਂ ਰੁਕਣੀਆਂ ਵੀ ਨਹੀਂ ਚਾਹੀਦੀਆਂ, ਹੋਣੀਆਂ ਚਾਹੀਦੀਆਂ ਨੇ। ਮੇਰੇ ਹਿਸਾਬ ਨਾਲ ਹਰ ਰੋਜ਼ ਹੋਣੀਆਂ ਚਾਹੀਦੀਆਂ ਨੇ। ਇਹ ਗੱਲਾਂ ਸਿਰਫ ਮੇਰੇ ਵੱਲੋਂ ਨਹੀਂ ਹੋਣੀਆਂ ਚਾਹੀਦੀਆਂ, ਸਾਡੇ ਸਾਰਿਆਂ ਵੱਲੋਂ ਹੋਣੀਆਂ ਚਾਹੀਦੀਆਂ ਨੇ। ਜਿੰਨੇ ਲੋਕ ਜਾਗਰੂਕ ਨੇ ਉਹਨਾਂ ਵੱਲੋਂ ਹੋਣੀਆਂ ਚਾਹੀਦੀਆਂ ਨੇ। ਆਨਲਾਈਨ ਪੜ੍ਹਾਈ ਦਾ ਮੈਂ ਇੱਕ ਨੁਕਸਾਨ ਦੱਸਦੀ ਹਾਂ, ਛੋਟਾ ਹੈ ਪਰ ਜੇ ਸਮਝ ਆ ਜੇ ਤਾਂ ਬਹੁਤ ਵੱਡਾ ਹੈ। ਜਦੋਂ ਮੋਬਾਈਲ ਫੋਨ ਨਹੀਂ ਆਏ ਸੀ, ਲੈਂਡਲਾਈਨ ਮੋਬਾਈਲ ਸੀ ਸਾਡੇ ਕੋਲੇ, ਉਦੋਂ ਅਸੀਂ ਕਿੰਨੇ ਕਿੰਨੇ ਨੰਬਰ ਸੀ ਜਿਹੜੇ ਆਪਣੀਆਂ ਡਾਇਰੀਆਂ ਦੇ ਵਿੱਚ ਲਿਖ ਕੇ ਰੱਖਦੇ ਸੀ, ਅਤੇ ਉਹ ਤਕਰੀਬਨ ਸਾਰੇ ਨੰਬਰ ਸਾਡੇ ਯਾਦ ਹੁੰਦੇ ਸੀ, ਕਿਉਂਕਿ ਲਿਖੇ ਹੁੰਦੇ ਸੀ। ਅਸੀਂ ਕਿਸੇ ਨੂੰ ਮਿਲਾਉਣਾ ਹੁੰਦਾ ਸੀ, ਉਹ ਨੰਬਰ ਅਸੀਂ ਹਰ ਰੋਜ਼ ਹਰ ਵਾਰੀ ਡਾਇਲ ਕਰਦੇ ਸੀ, ਸਾਡੇ ਦਿਮਾਗ ਦੇ ਵਿੱਚ ਰਹਿੰਦਾ ਸੀ। ਅਸੀਂ ਹਰ ਇੱਕ ਰਿਸ਼ਤੇਦਾਰ ਦਾ ਨੰਬਰ ਸੀ ਜਿਹੜਾ ਉਹ ਯਾਦ ਕਰਕੇ ਰੱਖਦੇ ਸੀ। ਜਦੋਂ ਤੋਂ ਮੋਬਾਈਲ ਆ ਗਏ, ਇਹਨਾਂ ਦੇ ਵਿੱਚ ਨੰਬਰ ਸੇਵ ਹੋ ਕੇ ਰਹਿਣ ਲੱਗ ਗਏ, ਅਤੇ ਸਾਨੂੰ ਆਪਣਾ ਨੰਬਰ ਵੀ ਯਾਦ ਨਹੀਂ ਹੁੰਦਾ, ਹੋਰ ਤਾਂ ਕਿਸੇ ਦਾ ਕੀ ਹੋਣਾ, ਕਿਉਂਕਿ ਅਸੀਂ ਅਗਲੇ ਦਾ ਨਾਂ ਭਰ ਲੈਂਦੇ ਹਾਂ, ਸੇਵ ਕਰਕੇ ਰੱਖ ਦਿੰਦੇ ਹਾਂ। ਜਿਹਦੇ ਨੰਬਰ ਨੂੰ ਅਸੀਂ ਡਾਇਲ ਕਰਨਾ, ਉਸ ਦੇ ਨਾਂ ਤੋਂ ਅਸੀਂ ਉਹਨੂੰ ਡਾਇਲ ਕਰ ਦਿੰਦੇ। ਇਹਦਾ ਮਤਲਬ ਕੀ ਹੈ, ਸਾਡੀ ਮੈਮਰੀ ਘਟੀ ਹੈ, ਸਾਡੀ ਯਾਦਾਸ਼ਤ ਘਟੀ ਹੈ, ਸਾਡਾ ਯਾਦ ਕਰਨ ਦਾ ਤਰੀਕਾ ਫਰਕ ਪੈ ਗਿਆ। ਅਸੀਂ ਚੀਜ਼ਾਂ ਨੂੰ ਯਾਦ ਨਹੀਂ ਰੱਖ ਸਕਦੇ। ਪਹਿਲਾਂ ਕਦੇ ਸੁਣਿਆ ਸੀ ਵੀ ਕੋਈ ਬਹੁਤੀਆਂ ਗੱਲਾਂ ਭੁੱਲਦਾ, ਕੋਈ ਕਿਸੇ ਬਿਮਾਰੀ ਕਾਰਨ, ਕਿਸੇ ਡਿਪਰੈਸ਼ਨ ਕਾਰਨ ਕਦੇ ਹੁੰਦਾ ਸੀ, ਪਰ ਅੱਜ ਘਰ ਘਰ ਇਹ ਪ੍ਰੋਬਲਮ ਹੈ। ਅਸੀਂ ਕਿਸੇ ਨੂੰ ਵੀ ਕੋਈ ਗੱਲ ਕਹਿ ਦਈਏ, ਉਹ ਤੁਰਿਆ ਜਾਂਦਾ ਹੀ ਭੁੱਲ ਜਾਂਦਾ, ਜਦੋਂ ਵਾਪਸ ਆਏ ਤੋਂ ਪੁੱਛਦੇ ਹਾਂ ਵੀ ਆਹ ਕੰਮ ਕਿਹਾ ਸੀ ਜੀ, ਮੈਂ ਤਾਂ ਭੁੱਲ ਗਿਆ। ਸਾਡੇ ਬੱਚਿਆਂ ਦੇ ਵੀ ਇਹੀ ਹਾਲਾਤ ਨੇ। ਇਸ ਤਰ੍ਹਾਂ ਹੀ ਮੈਮਰੀ ਬੱਚਿਆਂ ਦੀ, ਸਾਡਿਆਂ ਦੀ ਹੁਣ ਲੋਸ ਹੋ ਜਾਣੀ ਆ, ਇਸ ਤੋਂ ਵੀ ਜ਼ਿਆਦਾ। ਹਲੇ ਤਾਂ ਕੁਛ ਵੀ ਨਹੀਂ, ਕਿਉਂਕਿ ਉਹਨਾਂ ਦੇ ਜਿਹੜੇ ਨੋਟਸ ਆਉਂਦੇ ਆ ਉਹ ਮੋਬਾਈਲ 'ਤੇ ਆਉਂਦੇ ਆ, ਉਹਨਾਂ ਨੇ ਮੋਬਾਈਲ 'ਤੇ ਸੇਵ ਕਰਕੇ ਰੱਖ ਲੈਣੇ ਆ, ਅਤੇ ਉਹਨਾਂ ਨੇ ਕਦੇ ਉਹਨਾਂ ਨੂੰ ਲਿਖਣਾ ਨਹੀਂ, ਉਹਨਾਂ ਨੂੰ ਕਦੇ ਪੜ੍ਹਨਾ ਨਹੀਂ, ਕਦੇ ਫਰੋਲਣਾ ਨਹੀਂ, ਕਿਤਾਬਾਂ ਖੋਲ੍ਹਣੀਆਂ ਨਹੀਂ, ਕਿਉਂਕਿ ਕਿਤਾਬਾਂ ਤਾਂ ਅਸੀਂ ਬਿਲਕੁਲ ਬੰਦ ਕਰ ਦਿੱਤੀਆਂ। ਅਸੀਂ ਸਿਰਫ ਆਨਲਾਈਨ ਪੜ੍ਹਾਈ 'ਤੇ ਹੋ ਗਏ। ਅੱਜ ਬੱਚੇ ਨੂੰ ਤੁਸੀਂ ਕੋਈ ਵੀ ਕੰਮ ਕਹਿ ਦਿਓ, ਕਿਸੇ ਦਾ ਅਰਥ ਪੁੱਛਣਾ ਤੁਸੀਂ, ਬੱਚਾ ਕਦੇ ਵੀ ਤੁਹਾਨੂੰ ਦੱਸੂਗਾ ਨਹੀਂ, ਕਦੇ ਡਿਕਸ਼ਨਰੀ ਨਹੀਂ ਖੋਲੂਗਾ, ਕਦੇ ਨਹੀਂ। ਉਹਨੇ ਸਿਰਫ ਤੁਹਾਨੂੰ ਗੂਗਲ ਤੋਂ ਸਰਚ ਮਾਰ ਕੇ ਦੱਸ ਦੇਣਾ ਵੀ ਇਹਦਾ ਮਤਲਬ ਇਹ ਆ। ਤੁਸੀਂ ਕੋਈ ਵੀ ਕੰਮ ਪੁੱਛੋ, ਕਿ ਆਪਾਂ ਨੂੰ ਨਹੀਂ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਬੱਚਿਆਂ ਦੀ ਕਾਲਪਨਿਕ ਸ਼ਕਤੀ ਹੈ ਜਿਹੜੀ ਉਹ ਘਟ ਰਹੀ ਆ। ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਬਾਤਾਂ ਪਾਉਂਦੇ ਸੀ, ਉਹਨਾਂ ਬਾਰੇ ਸੋਚਦੇ ਸੀ। ਜਿਵੇਂ ਸਾਡੀ ਕੋਈ ਦਾਦੀ, ਸਾਡੀ ਨਾਨੀ ਨੇ ਕਦੇ ਉਡਣ ਖਟੋਲੇ ਦੀ ਕਦੇ ਸਾਨੂੰ ਕੋਈ ਬਾਤ ਕਹਾਣੀ ਸੁਣਾਈ, ਫਿਰ ਅਸੀਂ ਘੱਟੋ ਘੱਟ ਉਹਦੇ ਬਾਰੇ ਕਲਪਨਾ ਤਾਂ ਕਰਦੇ ਸੀ ਕਿ ਉਡਣ ਖਟੋਲਾ ਕਿਹੋ ਜਿਹਾ ਹੁੰਦਾ ਹੋਊਗਾ, ਉਹ ਕਿਵੇਂ ਉੱਡਦਾ ਹੋਣਾ, ਉਹਦੇ ਵਿੱਚ ਲੋਕ ਕਿਵੇਂ ਬੈਠਦੇ ਹੋਣਗੇ। ਪਰ ਹੁਣ ਤਾਂ ਸਾਡੇ ਬੱਚਿਆਂ ਕੋਲ ਕਲਪਨਾ ਕਰਨ ਦੇ ਲਈ ਕੁਛ ਨਹੀਂ। ਉਹ ਦੂਰ ਤੱਕ ਦੇਖਦੇ, ਬੱਚੇ ਦੂਰ ਦੇਖਣ ਦੇ ਵੀ ਘਟੇ ਪਏ ਨੇ, ਉਹਨਾਂ ਦੀ ਦੂਰ ਤੱਕ ਨਿਗਾਹ ਵੀ ਨਹੀਂ ਜਾਂਦੀ, ਕਿਉਂਕਿ ਮੋਬਾਈਲਾਂ ਦੇ ਉਹ ਇੰਨਾ ਨੇੜੇ ਰਹਿੰਦੇ ਨੇ, ਉਹਨਾਂ ਦੀ ਨਿਗਾਹ ਉੱਤੇ ਟਿਕਦੀ ਹੈ। ਜੇ ਤੁਸੀਂ ਬੱਚੇ ਨੂੰ ਦੂਰ ਦੇਖਣ ਲਈ ਕਹੋਗੇ ਤਾਂ ਉਹ ਦੇਖ ਨਹੀਂ ਸਕਦੇ। ਫਿਰ ਅਸੀਂ ਕਿਹੜੀਆਂ ਆਨਲਾਈਨ ਪੜ੍ਹਾਈਆਂ ਦੀਆਂ ਗੱਲਾਂ ਕਰੀਏ। ਇਹ ਵੀ ਗੱਲ ਆਈ ਸੀ ਮੇਰੇ ਕੋਲੇ, ਮੈਸੇਜ ਵੀ ਆਏ ਸੀ ਇੱਕ ਦੋ ਕੁ, ਵੀ ਭਾਰਤ ਹੈ ਜਿਹੜਾ ਸਾਡਾ, ਸਰਕਾਰ ਦਾ ਸੁਪਨਾ ਹੈ, ਬਹੁਤੇ ਚਲੋ ਹੁੰਦੇ ਨੇ ਕੋਈ ਸਰਕਾਰਾਂ ਦੀਆਂ ਗੱਲਾਂ ਮੰਨਣ ਵਾਲੇ ਵੀ ਇਹਨੂੰ ਬਾਹਰਲੇ ਮੁਲਕਾਂ ਵਰਗਾ ਬਣਾਇਆ ਜਾ ਰਿਹਾ। ਸਾਨੂੰ ਨਹੀਂ ਪਤਾ ਭਾਰਤ ਕਿੱਥੇ ਪਹੁੰਚ ਜਾਣਾ, ਖਾਸ ਕਰਕੇ ਪੰਜਾਬ ਨੂੰ। ਪਰ ਮੇਰਾ ਇੱਕ ਸਵਾਲ ਹੈ ਵੀ ਜਿਹੜਾ ਸਾਡਾ ਪੰਜਾਬ ਸੋਨੇ ਦੀ ਚਿੜੀ ਸੀ, ਅੱਜ ਤੱਕ ਸਾਨੂੰ ਉਸ ਪੰਜਾਬ ਨੇ ਭੁੱਖੇ ਨਹੀਂ ਮਰਨ ਦਿੱਤਾ। ਕਿ ਤੁਹਾਨੂੰ ਲੱਗਦਾ ਸਾਨੂੰ ਬਾਹਰਲੇ ਮੁਲਕਾਂ ਵਰਗਾ ਪੰਜਾਬ ਬਣਾਉਣਾ ਚਾਹੀਦਾ? ਹੋ ਸਕਦਾ ਮੈਂ ਗਲਤ ਹੋਵਾਂ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦੇ ਦੀ ਆਪਣੀ ਰਾਏ ਜਿਹੜੀ ਹੁੰਦੀ ਆ ਉਹ ਸਹੀ ਹੋਵੇ।
ਬਾਹਰਲੇ ਮੁਲਕਾਂ ਦੇ ਵਿੱਚ ਕੀ ਹੈ, ਉਹ ਜਿਹੜੇ ਸਵੇਰੇ ਕਮਾ ਕੇ ਲਿਆਉਂਦੇ ਨੇ ਸ਼ਾਮ ਨੂੰ ਖਾਂਦੇ ਆ। ਕਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਪਤਾ ਚੱਲ ਗਿਆ ਵੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਸੀ, ਖਾਣ ਨੂੰ ਪੰਜਾਬ ਦੇ ਲੋਕ ਨਹੀਂ ਭੁੱਖੇ ਮਰੇ। ਦੂਸਰੇ ਮੁਲਕਾਂ ਦੇ ਵਿੱਚ ਬੁਰਾ ਹਾਲ ਹੋ ਗਿਆ ਸੀ ਲੋਕਾਂ ਦਾ ਭੁੱਖਮਰੀ ਦੇ ਨਾਲ। ਅਸੀਂ ਕਿਉਂ ਬਚੇ ਰਹੇ? ਕਿਉਂਕਿ ਸਾਡੇ ਕੋਲ ਇੱਥੇ ਜ਼ਮੀਨਾਂ ਨੇ, ਸਾਡੇ ਕੋਲੇ ਅਨਾਜ ਦੇ ਭੰਡਾਰ ਨੇ। ਅਸੀਂ ਸਾਰਾ ਸਾਲ ਕਣਕ ਪਾ ਕੇ ਰੱਖਦੇ ਹਾਂ ਆਪਦੇ ਢੋਲਾਂ ਦੇ ਵਿੱਚ। ਸਾਡੇ ਘਰੇ ਕੁਝ ਹੋਵੇ ਨਾ ਹੋਵੇ, ਕਣਕ ਜ਼ਰੂਰ ਹੁੰਦੀ ਆ ਖਾਣ ਨੂੰ। ਜੇ ਅਸੀਂ ਬਾਹਰਲੇ ਮੁਲਕਾਂ ਵਰਗਾ ਆਪਦਾ ਰਾਜ ਆਪਦਾ ਬਣਾ ਲਾਂਗੇ, ਆਪਦਾ ਪੰਜਾਬ ਉਹ ਜਿਹਾ ਬਣਾ ਲਾਂਗੇ, ਆਪਦਾ ਦੇਸ਼ ਉਹ ਜਿਹਾ ਬਣਾ ਲਾਂਗੇ, ਤਾਂ ਕਿ ਅਸੀਂ ਉਹ ਪੰਜਾਬੀ ਰਹਿ ਜਾਾਂਗੇ ਜਿਹੜੇ ਹੁਣ ਜਦੋਂ ਪਹਿਲਾਂ ਸੀ। ਮੈਂ ਕੋਈ ਕਿਸੇ ਦੇ ਪੱਖ ਦੀ ਗੱਲ ਨਹੀਂ ਜਾਂ ਕਿਸੇ ਦੇ ਵਿਰੋਧ ਦੀ ਗੱਲ ਨਹੀਂ, ਮੈਂ ਕੋਈ ਵਿਦਵਾਨ ਵੀ ਨਹੀਂ ਵੀ ਮੈਂ ਬਾਹਲੀ ਵੱਡੀ ਗੱਲ ਕਰ ਸਕਾਂ। ਪਰ ਗੱਲ ਇਹ ਹੈ ਵੀ ਅਸੀਂ ਉਹ ਕਿਉਂ ਸੋਚਦੇ ਹਾਂ ਜਿਹੜੀਆਂ ਸਰਕਾਰਾਂ ਸਾਨੂੰ ਸੋਚਣ ਲਈ ਕਹਿੰਦੀਆਂ ਨੇ। ਅਸੀਂ ਉਹ ਕਿਉਂ ਨਹੀਂ ਸੋਚਦੇ ਜਿਹੜਾ ਸਾਨੂੰ ਸੋਚਣਾ ਚਾਹੀਦਾ। ਸਾਨੂੰ ਸੋਚਣਾ ਚਾਹੀਦਾ ਵੀ ਸਾਡਾ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ 7-7 ਫੁੱਟ ਦੇ ਸਾਡੇ ਨੌਜਵਾਨ ਗੱਭਰੂ ਉਹ ਕਿੱਥੇ ਨੇ, ਉਹ ਕਿਵੇਂ ਬਣ ਸਕਦੇ ਨੇ। ਉਹ ਪੰਜਾਬ ਜੀ ਤੋਂ ਡਰਦੇ ਭਾਰਤ ਦੇ ਵਿੱਚ ਪੈਰ ਧਰਨ ਦੀ ਵੀ ਕੋਈ ਦੁਸ਼ਮਣ ਹਿੰਮਤ ਨਹੀਂ ਰੱਖਦਾ। ਉਹ ਪੰਜਾਬ ਕਿੱਥੇ ਗਿਆ ਸਾਡਾ? ਜੇ ਆਨਲਾਈਨ ਪੜ੍ਹਾਈਆਂ ਤੇ ਮੋਬਾਈਲਾਂ ਤੇ ਸਾਡੇ ਬੱਚੇ ਜੁਟੇ ਰਹੇ ਤਾਂ ਆਉਣ ਵਾਲਾ ਸਮਾਂ ਇਹ ਹੋ ਜਾਣਾ ਹੈ ਵੀ ਸਾਡੇ ਬੱਚਿਆਂ ਨੂੰ ਐ ਵੀ ਨਹੀਂ ਪਤਾ ਹੋਣਾ ਪੰਜਾਬ ਕੀ ਹੈ, ਪੰਜਾਬ ਕੀ, ਸਾਡੇ ਘਰ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੋਣਾ ਪੂਰਾ ਸਾਡਾ ਘਰ ਕੀ ਹੈ। ਕਿ ਅਸੀਂ ਸਿਰਫ ਇਸੇ ਭਵਿੱਖ ਦੇ ਸੁਪਨੇ ਲੈਂਦੇ ਹਾਂ। ਪੈਸਾ ਤਾਂ ਬਹੁਤ ਤਰੀਕੇ ਆ ਸਾਡੇ ਕੋਲੇ ਅਸੀਂ ਕਮਾ ਸਕਦੇ ਹਾਂ, ਪਰ ਬੱਚਿਆਂ ਦੇ ਨਾਲ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਨਾ ਕਮਾਈਏ ਤਾਂ ਜ਼ਿਆਦਾ ਵਧੀਆ। ਸਰਕਾਰਾਂ ਨੂੰ ਵੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ। ਹੋਰ ਬਹੁਤ ਤਰੀਕੇ ਨੇ, ਹੋਰ ਕੋਈ ਤਰੀਕਾ ਲੱਭ ਲਓ। ਮਾਂ ਬਾਪ ਨੂੰ ਡਰਾਉਣਾ ਤਾਂ ਕਿਸੇ ਹੋਰ ਤਰੀਕੇ ਨਾਲ ਡਰਾ ਲਓ। ਜੇ ਉਹਨਾਂ ਦੇ ਵਿੱਚ ਹਿੰਮਤ ਹੋਊ ਤਾਂ ਉੱਠ ਖੜਨਗੇ। ਪਰ ਬੱਚਿਆਂ ਦੀ ਆੜ ਲੈ ਕੇ, ਬੱਚਿਆਂ ਨੂੰ ਇੰਨਾ ਕੁ ਨੁਕਸਾਨ ਕਰਕੇ ਅਸੀਂ ਕਿਹੜੇ ਦੇਸ਼ ਦੀ ਤਰੱਕੀ ਭਾਲਦੇ ਹਾਂ? ਅਸੀਂ ਕਿਹੜੇ ਮੁਲਕ ਨੂੰ ਡਿਜੀਟਲ ਇੰਡੀਆ ਸੋਚਦੇ ਹਾਂ ਸਾਡਾ ਇੰਡੀਆ ਡਿਜੀਟਲ ਬਣ ਜੇ? ਇਹ ਡਿਜੀਟਲ ਨਹੀਂ ਬਣਨਾ, ਕਿਉਂਕਿ ਬੱਚਿਆਂ ਦੇ ਲਈ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਉਹ ਸਿੱਖਦੇ ਨਹੀਂ ਤਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਅੱਗੇ ਨਹੀਂ ਵੱਧ ਸਕਦੀ। ਬੱਚੇ ਜਿਹੜਾ ਸਾਡਾ ਸਿਸਟਮ ਆ, ਸਾਡੀ ਜ਼ਿੰਦਗੀ ਆ, ਸਾਡਾ ਜੀਵਨ ਪਰਮਾਤਮਾ ਨੇ ਇਸ ਤਰ੍ਹਾਂ ਦਾ ਦਿੱਤਾ, ਜਦੋਂ ਤੱਕ ਸਾਡੀ ਮੌਤ ਨਹੀਂ ਹੋ ਜਾਂਦੀ ਤਾਂ ਮਨੁੱਖ ਦੇ ਲਈ ਸਿੱਖਣਾ ਜ਼ਰੂਰੀ ਆ। ਹਰ ਰੋਜ਼ ਬਚਪਨ ਦੇ ਵਿੱਚ ਹੋਰ ਤਰ੍ਹਾਂ ਸਿੱਖਦਾ, ਜਵਾਨੀ 'ਚ ਹੋਰ ਤਰ੍ਹਾਂ ਸਿੱਖਦਾ, ਬੁਢਾਪੇ 'ਚ ਜਾ ਕੇ ਹੋਰ ਗੱਲਾਂ ਸਿੱਖਦਾ। ਕਿਉਂਕਿ ਸਿੱਖਣਾ ਤੇ ਨਿਰੰਤਰ ਚੱਲਣਾ ਹੀ ਜ਼ਿੰਦਗੀ ਹੈ। ਪਾਣੀ ਜਦੋਂ ਤੱਕ ਚੱਲਦਾ ਉਹ ਵਹਿੰਦਾ ਉਦੋਂ ਤੱਕ ਸਾਫ਼ ਤੇ ਨਿਰਮਲ ਹੁੰਦਾ, ਪਰ ਜਦੋਂ ਖੜ ਜਾਂਦਾ ਤਾਂ ਉਹਦੇ 'ਚ ਸੜਿਆਂਦ ਮਾਰਨ ਲੱਗ ਜਾਂਦੀ ਹੈ। ਸਾਡੇ ਬੱਚਿਆਂ ਦੀ ਜ਼ਿੰਦਗੀ ਇੱਕ ਜਗ੍ਹਾ ਤੇ ਰੁਕ ਗਈ। ਇਹਨੂੰ ਵਹਿਣਾ ਚਾਹੀਦਾ ਸੀ, ਇਹਨੂੰ ਵਹਿਣ ਦਿਓ, ਇਹਨਾਂ ਨੂੰ ਖੇਡਣ ਦਿਓ, ਹੱਸਣ ਦਿਓ, ਇਹਨਾਂ ਨੂੰ ਆਪਣੀ ਜ਼ਿੰਦਗੀ ਆਪ ਜਿਉਣ ਦਿਓ, ਇਹਨਾਂ ਨੂੰ ਸਹਾਰੇ ਨਾ ਦਿਓ। ਕਿਉਂਕਿ ਜਦੋਂ ਅਸੀਂ ਕਿਸੇ ਗੱਲ ਤੇ ਕਿਸੇ ਤੇ ਨਿਰਭਰ ਹੋ ਜਾਂਦੇ ਹਾਂ, ਸਹਾਰੇ ਤੇ ਹੋ ਜਾਂਦੇ ਹਾਂ, ਤਾਂ ਉਹ ਅੰਗ ਨੇ ਜਿਹੜੇ ਸਾਡੇ ਉਹ ਕੰਮ ਕਰਨ ਨੂੰ ਹਟ ਜਾਂਦੇ ਨੇ। ਸਾਡੇ ਬੱਚਿਆਂ ਦੀਆਂ ਸਿਹਤਾਂ ਖਰਾਬ ਹੋ ਰਹੀਆਂ ਨੇ। ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਹੈ, ਇਹਨਾਂ ਗੱਲਾਂ ਤੇ ਗੌਰ ਕਰੋ, ਦੇਖੋ, ਉੱਠੋ, ਜਾਗੋ। ਜੇ ਤੁਹਾਡੇ 'ਚ ਹਿੰਮਤ ਬਣਦੀ ਹੈ ਤਾਂ ਹਿੰਮਤ ਦਿਖਾਓ। ਮੈਨੂੰ ਕਿਸੇ ਵਿਦਵਾਨ ਦੇ ਬੜੇ ਸੋਹਣੇ ਲਿਖੇ ਹੋਏ ਸ਼ਬਦ ਯਾਦ ਆ ਰਹੇ ਨੇ। ਉਹਨਾਂ ਨੇ ਲਿਖਿਆ ਸੀ, ਕਹਿੰਦੇ ਭਵਿੱਖ ਵਿੱਚ ਅਨਪੜ੍ਹ ਉਹ ਨਹੀਂ ਹੋਊਗਾ, ਭਵਿੱਖ ਵਿੱਚ ਅਨਪੜ੍ਹ ਉਹ ਨਹੀਂ ਹੋਵੇਗਾ ਜਿਹੜਾ ਪੜ੍ਹ ਨਾ ਸਕਿਆ ਹੋਵੇ। ਮੈਂ ਦੁਬਾਰੇ ਕਹਿੰਦੀ ਹਾਂ ਵੀ ਭਵਿੱਖ ਵਿੱਚ ਅਨਪੜ੍ਹ ਉਹ ਨਹੀਂ ਹੋਵੇਗਾ ਜੋ ਪੜ੍ਹ ਨਾ ਸਕੇ। ਅਸਲ ਅਨਪੜ੍ਹ ਉਹ ਹੋਵੇਗਾ ਜੋ ਇਹ ਨਾ ਜਾਣ ਸਕਿਆ ਕਿ ਸਿੱਖਿਆ ਕਿਵੇਂ ਜਾਂਦਾ ਹੈ। ਅਨਪੜ੍ਹ ਤਾਂ ਹੋਣਾ ਕੋਈ ਸ਼ਰਾਪ ਨਹੀਂ। ਅਨਪੜ੍ਹ ਲੋਕਾਂ ਦੇ ਕੋਲੇ ਬਹੁਤ ਸੋਚ ਸਮਝ ਹੈ।
ਪਰ ਗੱਲ ਤਾਂ ਇਹ ਹੈ ਵੀ ਜੇ ਅਸੀਂ ਪੜ੍ਹੇ ਲਿਖੇ ਹੋ ਕੇ ਵੀ ਅਨਪੜ੍ਹ ਰਹਿ ਗਏ ਫਿਰ ਸਾਨੂੰ ਕੌਣ ਸਿਖਾਊਗਾ। ਜੇ ਸਾਨੂੰ ਇਹੀ ਨਾ ਪਤਾ ਲੱਗਿਆ ਜ਼ਿੰਦਗੀ ਦੇ ਵਿੱਚ ਵੀ ਸਿੱਖਿਆ ਕਿਵੇਂ ਜਾਂਦਾ ਹੈ, ਜੇ ਅਸੀਂ ਸਿੱਖਿਆ ਹੀ ਨਾ ਸਮਝਿਆ ਵੀ ਸਿੱਖਿਆ ਕਿਵੇਂ ਜਾਣਾ ਹੈ, ਫਿਰ ਸਾਡੇ ਨਾਲੋਂ ਅਨਪੜ੍ਹ ਹੋਰ ਕੋਈ ਨਹੀਂ ਹੋਣਾ। ਸੋ ਬੇਨਤੀ ਹੈ ਸਾਰਿਆਂ ਨੂੰ, ਜਾਗੋ, ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਦੇ ਲਈ ਜਿੰਨਾ ਹੋ ਸਕਦਾ ਹੰਬੜਾ ਮਾਰੋ। ਇਹ ਨਾ ਸੋਚੋ ਕਿ ਇਹਦੇ ਵਿੱਚ ਕਹਿ ਰਹੇ ਨੇ ਤਾਂ ਕਿਹਦਾ ਫਾਇਦਾ ਹੋਣਾ। ਫਾਇਦਾ ਵੋਟਾਂ ਵੇਲੇ ਸੋਚਿਆ ਕਰੋ, ਜਦੋਂ ਸਾਡੇ ਬੱਚਿਆਂ ਦਾ ਭਵਿੱਖ ਹੋਵੇ ਉਦੋਂ ਨਹੀਂ ਸੋਚਣਾ ਚਾਹੀਦਾ। ਉਦੋਂ ਇਹ ਦੇਖੋ ਵੀ ਇਹਦੇ ਨਾਲ ਸਾਡੇ ਬੱਚੇ ਦਾ ਭਵਿੱਖ ਬਚਦਾ ਤਾਂ ਉੱਠ ਕੇ ਨਾਲ ਤੁਰ ਪਈਦਾ। ਹੌਸਲਾ ਰੱਖੋ, ਕਿਉਂਕਿ ਜੇ ਅਸੀਂ ਇਸ ਤਰ੍ਹਾਂ ਡਰਦੇ ਰਹੇ ਤਾਂ ਸਰਕਾਰਾਂ ਨੇ ਸਾਨੂੰ ਡਰਾ ਲੈਣਾ। ਸੋ ਇਹ ਮੇਰੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਜੇ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੈ, ਕਿਸੇ ਨੂੰ ਲੱਗਦਾ ਵੀ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ, ਤਾਂ ਘੱਟੋ ਘੱਟ ਕਮੈਂਟ ਕਰਕੇ ਦੱਸ ਦਿਆ ਕਰੋ। ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਮੈਂ ਕਿੱਥੇ ਸਹੀ ਸੀ ਜਾਂ ਕਿੱਥੇ ਗਲਤ ਸੀ। ਜੇ ਗਲਤੀ ਹੋਵੇ ਕੋਈ ਤਾਂ ਵੀ ਜ਼ਰੂਰ ਦੱਸਿਓ। ਧੰਨਵਾਦ।